ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤਾ ਮਹੱਲਾ ਪੰਜਵਾ। ਅਨਕ ਜਨਮ ਭ੍ਰਮੇ ਜੋ ਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ। ਅਨਕ ਜਨਮ ਭ੍ਰਮੇ ਜੋ ਨ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤਾ ਮਹੱਲਾ ਪੰਜਵਾ। ਬਸੰਤ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਅਨਕ ਜਨਮ ਭ੍ਰਮੇ ਜੋ ਨ ਮਾਹੇ। ਇਹ ਭਾਈ, ਇਹ ਜੀਵ 84 ਲੱਖ ਜੂਨਾਂ ਦੇ ਵਿੱਚ ਅਨੇਕਾਂ ਜਨਮ ਭਰਮ ਦੇ ਭਟਕਦੇ ਰਹੇ ਹਨ। ਹਰ ਸਿਮਰਨ ਬਿਨ ਨਰਕ ਪਾਹੇ। ਹਰੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਸਾਰੇ ਨਰਕ ਦੇ ਵਿੱਚ ਹੀ ਪੈਂਦੇ ਹਨ। ਭਗਤ ਬਿਹੁਨਾ ਖੰਡ ਖੰਡ। ਪਰਮਾਤਮਾ ਦੀ ਭਗਤੀ ਤੋਂ ਹੀਣਾ ਜੀਵ ਅਨੇਕਾਂ ਜੂਨਾਂ ਦੇ ਵਿੱਚ ਟੁਕੜੇ ਟੁਕੜੇ ਕੀਤਾ ਜਾਂਦਾ ਹੈ। ਬਿਨ ਬੂਝੇ ਜਮ ਦੇਤ ਦੰਡ। ਆਪਣਾ ਸਰੂਪ ਬੁੱਝਣ ਤੋਂ ਸਮਝਣ ਤੋਂ ਬਿਨਾਂ ਯਮਰਾਜ ਸਜ਼ਾ ਦੇਣਾ ਕਰਦਾ ਹੈ। ਗੋਬਿੰਦ ਭਜਹੁ ਮੇਰੇ ਸਦਾ ਮੀਤਾ। ਇਹ ਮੇਰੇ ਗੁਰਸਿੱਖ ਮਿੱਤਰੋ, ਸਦਾ ਹਮੇਸ਼ਾ ਗੋਬਿੰਦ ਪਰਮਾਤਮਾ ਨੂੰ ਸਿਮਰਨ ਕਰੋ। ਸਾਚ ਸ਼ਬਦ ਕਰ ਸਦਾ ਪ੍ਰੀਤ। ਅਤੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਹਮੇਸ਼ਾ ਹੀ ਪ੍ਰੀਤੀ ਕਰੋ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪਰਮਾਤਮਾ ਦੇ ਨਾਲ ਪ੍ਰੀਤੀ ਲਾਉਣਾ ਕਰੋ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਤੋਖ ਨ ਆਵਤ ਕਹੂੰ ਕਾਜ। ਦੁਨੀਆ ਦੇ ਕਿਸੇ ਕੰਮ ਦੇ ਵਿੱਚ ਵੀ ਜੀਵ ਨੂੰ ਸੰਤੋਖ ਨਹੀਂ ਆਉਂਦਾ। ਭਾਵ ਤ੍ਰਿਸ਼ਨਾ ਦੀ ਨਿਵਰਤੀ ਕਦੇ ਨਹੀਂ ਹੁੰਦੀ। ਧੂਮ ਬਾਦਰ ਸਭ ਮਾਇਆ ਸਾਜ। ਮਾਇਆ ਦਾ ਸਾਰਾ ਹੀ ਸਾਜੋ ਸਮਾਨ
ਧੂਏ ਦੇ ਬੱਦਲ ਦੀ ਤਰ੍ਹਾਂ ਖਿਨ ਭੰਗਰ ਨਾਸ਼ਵਾਨ ਹੈ। ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਿਹ ਵਿਚਾਰ। ਪਾਪ ਕਰਨ ਤੋ ਨਹ ਸੰਗਾਏ, ਇਹ ਜੀਵ ਮੰਦ ਕਰਮ ਕਰਦਾ ਹੋਇਆ ਕਦੇ ਵੀ ਸੰਗਦਾ ਨਹੀਂ ਹੈ। ਵਿਖ ਕਾ ਮਾਤਾ ਆਵੈ ਜਾਏ, ਜ਼ਹਿਰ ਰੂਪ ਮਾਇਆ ਜਾਂ ਵਿਸ਼ਿਆਂ ਦਾ ਮਸਤ ਕੀਤਾ ਹੋਇਆ ਜੂਨਾਂ ਦੇ ਵਿੱਚ ਆਉਂਦਾ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ। ਆਹੋ ਕਰਤਾ ਬਦੇ ਬੇਕਾਰ, ਮੈਂ ਕਰਦਿਆਂ ਜੀਵ ਦੇ ਅੰਦਰ ਕਾਮ ਕ੍ਰੋਧ ਆਦਿਕ ਵਿਕਾਰ ਵੱਧ ਜਾਂਦੇ ਹਨ, ਜਾਂ ਵਿਕਾਰ ਕਰਕੇ ਜੀਵ ਵਧੇ ਨਾਸ਼ ਹੁੰਦਾ ਜਾਂਦਾ ਹੈ, ਜਾਂ ਵਿਕਾਰਾਂ ਦੇ ਵਿੱਚ ਜੀਵ ਵਧੇ ਬੰਨੇ ਜਾਂਦੇ ਹਨ। ਮੋਹ ਲੋਭ ਡੂਬੋ ਸੰਸਾਰ, ਪਰਿਵਾਰ ਦੇ ਮੋਹ ਅਤੇ ਪਦਾਰਥਾਂ ਦੇ ਲਾਲਚ ਵਿੱਚ ਸਾਰਾ ਸੰਸਾਰ ਜਗਤ ਹੀ ਡੁੱਬ ਰਿਹਾ ਹੈ, ਜਾਂ ਮੋਹ ਅਤੇ ਲੋਭ ਕਰਕੇ ਸੰਸਾਰ ਵਿਸ਼ਿਆ ਰੂਪ ਪਾਣੀ ਦੇ ਵਿੱਚ ਡੁੱਬ ਰਿਹਾ ਹੈ। ਕਾਮ ਕ੍ਰੋਧ ਮਨ ਵਸ ਕੀਆ, ਕਾਮ ਅਤੇ ਕ੍ਰੋਧ ਆਦਿਕ ਵਿਕਾਰਾਂ ਨੇ ਜੀਵ ਦਾ ਮਨ ਆਪਣੇ ਵਸ ਅਧੀਨ ਕੀਤਾ ਹੋਇਆ ਹੈ। ਸੁਪਨੈ ਨਾਮ ਨ ਹਰ ਲੀਆ, ਜਿਸ ਕਰਕੇ ਜੀਵ ਨੇ ਸੁਪਨੇ ਦੇ ਵਿੱਚ ਵੀ ਕਦੇ ਹਰੀ ਪਰਮਾਤਮਾ ਦਾ ਨਾਮ ਨਹੀਂ ਲੈਣਾ ਕੀਤਾ, ਨਹੀਂ ਜਪਣਾ ਕੀਤਾ, ਜਾਂ ਸੁਪਨੇ ਰੂਪ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਇਹ ਕਦੀ ਵੀ ਨਹੀਂ ਲੈਣਾ ਕਰਦਾ। ਕਬ ਹੀ ਰਾਜਾ ਕਬ ਮੰਗਣ ਹਾਰ, ਸਕਾਮ ਕਰਮਾਂ ਦੇ ਅਧੀਨ ਹੋਇਆ ਜੀਵ ਕਦੇ ਤਾਂ ਰਾਜਾ ਬਣ ਜਾਂਦਾ ਹੈ, ਅਤੇ ਪੁੰਨ ਨਾਸ਼ ਹੋਇਆਂ ਤੋਂ ਕਦੇ ਮੰਗਣ ਵਾਲਾ ਮੰਗਤਾ ਬਣ ਜਾਂਦਾ ਹੈ। ਦੁਖ ਸੁਖ ਬਾਧੋ ਸੰਸਾਰ, ਇਉਂ ਸਾਰਾ ਸੰਸਾਰ ਜਗਤ ਹੀ ਦੁੱਖ ਅਤੇ ਸੁੱਖ ਦੇ ਵਿੱਚ ਬੱਧਾ ਹੋਇਆ ਹੈ। ਮਨ ਉਦਰਨ ਕਾ ਸਾਜਨ ਹੈ, ਜੀਵ ਇਸ ਮਨ ਦੇ ਤਾਰਨ ਦਾ ਕੋਈ ਵੀ ਸਾਜੋ ਸਮਾਨ ਸਾਧਨ ਨਹੀਂ ਕਰਦਾ ਹੈ, ਸਿਰਫ ਪੇਟ ਭਰਨ ਦੇ ਪਿੱਛੇ ਹੀ ਦੌੜਿਆ ਫਿਰਦਾ ਹੈ। ਆਪਣਾ ਪੇਟ ਭਰ ਲਿਆ, ਆਪਣੇ ਬੱਚਿਆਂ ਦਾ ਭਰ ਲਿਆ, ਬਸ ਇੰਨਾ ਕੋਈ ਸਾਡਾ ਮਤਲਬ ਹੈ। ਉਹ ਤਾਂ 84 ਲੱਖ ਜੂਨਾਂ ਦੇ ਜੀਵ ਵੀ ਐਸੇ ਕਰਦੇ ਨੇ। ਤੋ ਇਸ ਤਰ੍ਹਾਂ ਤਰਨ ਦਾ ਕੋਈ ਵੀ ਹੈ ਸਾਧਨ ਸਾਜੋ ਸਮਾਨ ਪਾਪ ਪੁੰਨ ਦਾਨ ਜੋ ਜਪ ਤਪ ਭਜਨ ਬੰਦਗੀ ਧਰਮ ਨੂੰ ਧਾਰਨ ਕਰਨਾ, ਇਸ ਤਰ੍ਹਾਂ ਕੁਛ ਵੀ ਨਹੀਂ ਕਰਦਾ। ਪਾਪ ਬੰਧਨ ਨਿਤ ਪਾਤ ਜਾਹੇ, ਪਾਪਾਂ ਦੇ ਬੰਧਨਾਂ ਨੂੰ ਛਡਾਉਣ ਵਾਲਾ ਜੋ ਵਾਹਿਗੁਰੂ ਜੀ ਦਾ ਨਾਮ ਹੈ ਉਹਨੂੰ ਜਪਦਾ ਕੋਈ ਨਹੀਂ। ਪਾਪਾਂ ਦੇ ਜੰਜਾਲ ਨਿਤ ਪ੍ਰਤੀ ਇਹਦੇ ਗਲ ਵਿੱਚ ਪੈਂਦੇ ਜਾਂਦੇ ਨੇ। ਈਠ ਮੀਤਾ ਕੋ ਸਖਾ ਨਾਹੀ, ਪਾਪਾਂ ਦੇ ਬੰਧਨਾਂ ਤੋਂ ਛਡਾਉਣ ਵਾਲਾ ਇਸ ਲੋਕ ਦੇ ਵਿੱਚ ਕੋਈ ਵੀ ਈਠ ਪਿਆਰਾ ਮਿੱਤਰ ਨਹੀਂ ਹੈ। ਆਪ ਬੀਜ ਆਪੇ ਹੀ ਖਾਹੇ, ਅਤੇ ਪਰਲੋਕ ਦੇ ਵਿੱਚ ਕੋਈ ਵੀ ਸਖਾ ਸਾਥੀ ਨਹੀਂ ਹੈ। ਜੀਵ ਆਪ ਹੀ ਆਪਣੇ ਕਰਮਾਂ ਨੂੰ ਬੀਜਣਾ ਕਰਦੇ ਨੇ ਅਤੇ ਆਪ ਹੀ ਉਹਨਾਂ ਦਾ ਫਲ
ਖਾਣਾ ਕਰਦੇ, ਭੋਗਣਾ ਕਰਦੇ ਹਨ। ਜਾ ਕੈ ਕੀਨੈ ਹੋਤ ਬੇਕਾਰ, ਜਿਨ੍ਹਾਂ ਕਰਤੱਵਾਂ ਦੇ ਕਰਨ ਨਾਲ ਜੀਵ ਦੇ ਅੰਦਰ ਵਿਕਾਰ ਹੀ ਪੈਦਾ ਹੁੰਦੇ ਹਨ। ਸੇ ਛੋੜ ਚਲਿਆ ਖਿਨ ਮਹਿ ਗਵਾਰ, ਮੂਰਖ ਪੁਰਖ ਅੰਤ ਨੂੰ ਉਹ ਸਾਰੇ ਕਰਤੱਵ ਇੱਕ ਛਿਣ ਦੇ ਵਿੱਚ ਹੀ ਛੱਡ ਕੇ ਚਲਿਆ ਜਾਂਦਾ, ਤੁਰ ਜਾਂਦਾ ਹੈ। ਮਾਇਆ ਮੋਹਿ ਬਹੁ ਭਰਮਿਆ, ਇਹ ਜੀਵ ਮਾਇਆ ਦੇ ਮੋਹ ਦੇ ਵਿੱਚ ਹੀ ਬਹੁਤ ਭਰਮਦਾ ਰਹਿੰਦਾ ਹੈ। ਕਿਰਤ ਰੇਖ ਕਰ ਕਰਮਿਆ, ਪੂਰਬਲੇ ਕੀਤੇ ਹੋਏ ਸੰਜਤ ਕਰਮਾਂ ਦੀ ਲਿਖਤ ਮੁਤਾਬਕ ਜੀਵ ਚੰਗੇ ਮੰਦੇ ਕਰਮਾਂ ਨੂੰ ਕਰਦਾ ਹੈ। ਕਰਣ ਹਾਰ ਲਿਪਤ ਆਪ, ਜਗਤ ਦੀ ਉਤਪਤੀ ਕਰਨ ਵਾਲਾ ਪ੍ਰਭੂ ਆਪ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ। ਨਹੀਂ ਲੇਪ ਪ੍ਰਭ ਪੁੰਨ ਪਾਪ, ਉਸ ਪ੍ਰਭੂ ਨੂੰ ਪੁੰਨ ਪਾਪ ਆਦਿਕ ਦੀ ਕੋਈ ਵੀ ਲਪਾਈ ਮਾਨਤਾ ਨਹੀਂ ਹੁੰਦੀ। ਰਾਖ ਲਿਹੋ ਗੋਬਿੰਦ ਦਿਆਲ, ਇਹ ਦਇਆ ਦੇ ਘਰ ਪ੍ਰਭੂ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਕੇ ਰੱਖ ਲੈਣਾ ਕਰ। ਰੱਖੋ ਕਿਰਪਾ ਧਾਰ, ਤੇਰੀ ਸਰਣ ਤੇਰਾ ਦਰਬਾਰ। ਤੇਰੀ ਸਰਣ ਪੂਰਨ ਕਿਰਪਾਲ, ਇਹ ਪੂਰਨ ਕਿਰਪਾਲੂ ਮਿਹਰਬਾਨ ਪ੍ਰਭੂ, ਜਾਂ ਹੀ ਵਿਆਪਕ ਅਤੇ ਦਿਆਲੂ ਪ੍ਰਭੂ, ਮੈਂ ਤੇਰੀ ਸ਼ਰਨ ਓੜ ਦੇ ਵਿੱਚ ਆਇਆ ਹਾਂ ਜੀ। ਤੁਝ ਬਿਨ ਦੂਜਾ ਨਹੀਂ ਠਾਓ, ਇਹ ਪ੍ਰਭੂ ਤੇਥੋਂ ਬਿਨਾ ਮੈਨੂੰ ਬਖਸ਼ਣ ਵਾਲਾ ਹੋਰ ਦੂਜਾ ਕੋਈ ਵੀ ਥਾਂ ਨਹੀਂ ਹੈ। ਕਰ ਕਿਰਪਾ ਪ੍ਰਭ ਦੇਹੋ ਨਾਉ, ਹੇ ਪ੍ਰਭੂ ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਆਪਣਾ ਨਾਮ ਦੇਣਾ ਕਰ। ਤੂੰ ਕਰਤਾ ਤੂੰ ਕਰਨਹਾਰ, ਹੇ ਪ੍ਰਭੂ ਤੂੰ ਸਾਰੇ ਸੰਸਾਰ ਨੂੰ ਉਤਪਤ ਕਰਨ ਵਾਲਾ ਹੈ। ਤੂੰ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ। ਇਸੇ ਪ੍ਰਕਾਰ ਤੂੰ ਕਰਤਾ ਤੂੰ ਕਰਨਹਾਰ, ਤੂੰ ਹੀ ਗੁਰੂ ਰੂਪ ਹੋ ਕੇ ਸਿੱਖਾਂ ਨੂੰ ਉਪਦੇਸ਼ ਕਰਦਾ ਹੈ ਅਤੇ ਤੂੰ ਹੀ ਸਿੱਖ ਰੂਪ ਹੋ ਕੇ ਉਸ ਉਪਦੇਸ਼ ਨੂੰ ਸ਼ਰਵਣ ਮੰਨਣ ਅਧਿਆਸਨ ਕਰਨੇ ਵਾਲਾ ਹੈ। ਇਸੇ ਪ੍ਰਕਾਰ ਤੂੰ ਕਰਤਾ ਤੂੰ ਕਰਨਹਾਰ, ਤੂੰ ਹੀ ਜੀਵ ਰੂਪ ਹੋ ਕੇ ਸੰਚਿਤ ਕਰਮ ਅਤੇ ਪ੍ਰਾਲਬਧ ਕਰਮਾਂ ਨੂੰ ਕਿਰਿਆਮਾਨ ਵਿੱਚ ਕਰਨ ਵਾਲਾ ਹੋ ਰਿਹਾ ਹੈ ਅਤੇ ਈਸ਼ਰ ਰੂਪ ਹੋ ਕੇ ਉਹਨਾਂ ਕਰਮਾਂ ਦਾ ਫਲ ਦੇਣਾ ਕਰਦਾ ਹੈ। ਤੂੰ ਉੱਚਾ ਤੂੰ ਬਹੁ ਅਪਾਰ, ਹੇ ਪ੍ਰਭੂ ਤੂੰ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਰੂਪ ਉੱਚਾ ਹੈ ਅਤੇ ਤੂੰ ਬਹੁਤ ਹੀ ਅਪਾਰ ਬੇਅੰਤ ਹੈ, ਜਾਂ ਤੂੰ ਬਹੁਤ ਵੱਡੇ ਵਿਸਤਾਰ ਵਾਲਾ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਕਰ ਕਿਰਪਾ ਲੜਲੇ ਹੋ ਲਾਏ, ਇਹ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਆਪਣੀ ਸ਼ਰਨ ਰੂਪੀ ਪੱਲੇ ਵਿੱਚ ਜਾਂ ਸਤ ਸੰਗਤ ਰੂਪ ਪੱਲੇ ਦੇ ਵਿੱਚ ਲਾ ਲੈਣਾ ਕਰ। ਨਾਨਕ ਦਾਸ ਪ੍ਰਭ ਕੀ ਸਰਣਾਏ, ਸਤਿਗੁਰੂ ਸਾਹਿਬ ਜੀ ਦਾਸਾ ਭਾਵ ਤਾਰ ਕੇ ਕਥਨ ਕਰਦੇ ਨੇ ਕਿ ਹੇ ਪ੍ਰਭ ਪਰਮੇਸ਼ਰ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਬਸੰਤ ਕੀ ਵਾਰ ਮਹੱਲਾ ਪੰਜਵਾ। ਮਹੱਲਾ ਥੋੜਾ
ਬਸੰਤ ਕੀ ਵਾਰ ਮਹੱਲਾ ਪੰਜਵਾ। ਹਾਂ, ਇਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਨੇ ਮਹੱਲਾ ਨਹੀਂ ਉਚਾਰਿਆ, ਮਹੱਲ ਉਚਾਰਿਆ। ਅਰਥ ਤਾਂ ਇੱਕੋ ਹੀ ਹੈ। ਮਹੱਲ ਪੰਜਵਾਂ, ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੀ ਵਾਰ ਨਾਮੇ ਗੁਰਬਾਣੀ ਜੋ ਹੈ ਪ੍ਰਾਰੰਭ ਕਰਦੇ ਹਨ। ਇਸ ਵਾਰ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਨਾ ਤਾਂ ਸ਼ਲੋਕ ਜੋੜੇ ਨੇ, ਨਾ ਮਹੱਲੇ ਜੋੜੇ ਨੇ, ਕੱਲੀਆਂ ਪੌੜੀਆਂ ਹੀ ਹਨ। ਅਤੇ ਪੌੜੀਆਂ ਵੀ ਗਿਣਤੀ ਵਿੱਚ ਕੇਵਲ 3 ਹੀ ਹਨ, ਚੌਥੀ ਪੌੜੀ ਵੀ ਨਹੀਂ ਹੈ। ਇਉਂ ਬਿਲਕੁਲ ਸੂਖਮ ਜਿਹੀ ਵਾਰ ਹੈ। ਔਰ ਇਸ ਦੀ ਖਾਸੀਅਤ ਇਹ ਹੈ ਕਿ ਜੋ ਇਸ ਨੂੰ ਪੜ੍ਹਦਾ ਹੈ ਉਸ ਦੇ ਦੁੱਖ, ਰੋਗ, ਕਲੇਸ਼, ਕਲਪਨਾ ਜੋ ਵੀ ਸੋ ਆਦਿ ਵਿਆਧੀ ਉਪਾਧੀ ਆਦਿਕ 3 ਤਾਪ ਨੇ ਉਹ ਨਿਵਰਤ ਹੋ ਜਾਂਦੇ ਨੇ। ਵੈਸੇ ਸਮੁੱਚੀ ਗੁਰਬਾਣੀ ਜਿੱਥੋਂ ਮਰਜ਼ੀ ਪੜ੍ਹ ਲਓ, ਪਾਤਸ਼ਾਹ ਦਾ ਬਚਨ ਹੈ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਗੁਰਬਾਣੀ ਹੈ ਹੀ ਦੁੱਖਾਂ ਰੋਗਾਂ ਨੂੰ ਕੱਟਣ ਵਾਲੀ ਹੈ। ਪਰ ਇਹ ਵਿਸ਼ੇਸ਼ ਕਰਕੇ ਬਸੰਤ ਦੀ ਵਾਰ ਦਾ ਪਾਠ ਕਰਨ ਤੋਂ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਤੀਨੇ ਤਾਪ ਨਿਵਾਰਨਹਾਰਾ, ਦੁੱਖ ਹੰਤਾ, ਸੁਖ ਰਾਸ, ਤਾਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਇਸ ਵਾਰ ਦਾ ਪਾਠ ਕਰਕੇ ਜੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਏ ਤੇ ਸੱਚੇ ਪਾਤਸ਼ਾਹ ਤੰਦਰੁਸਤੀ ਪ੍ਰਦਾਨ ਕਰਦੇ ਹਨ। ਕਰ ਇਸ਼ਨਾਨ ਸਿਮਰਨ ਪ੍ਰਭ ਆਪਣਾ, ਮਨ ਧਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਐਸੀ ਇਹ ਬਸੰਤ ਦੀ ਵਾਰ ਪੰਜਵੇਂ ਪਾਤਸ਼ਾਹ ਜੀ ਉਚਾਰ ਰਹੇ ਨੇ। ਇੱਕ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਰ ਕਾ ਨਾਮ ਧਿਆਏ ਕੈ, ਇਹ ਭਾਈ ਹਰੀ ਪਰਮਾਤਮਾ ਦਾ ਨਾਮ ਧਿਆ ਕੇ ਆਰਾਧ ਕੇ ਹੋ ਹਰਿਆ ਪਾਈ। ਸ਼ੁਭ ਗੁਣਾਂ ਦੇ ਸਹਿਤ ਹਰਿਆ ਭਰਿਆ ਹੋਣਾ ਕਰ, ਅਰਥਾਤ ਤੇਰਾ ਮਨ ਰੂਪੀ ਬ੍ਰਿਕਸ਼ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਖ ਰੂਪ ਕਿਰਨਾਂ ਦੀ ਤ੍ਰਿਸ਼ਨਾ ਰੂਪ ਤਪਸ਼ ਕਰਕੇ ਸੁੱਕਾ ਪਿਆ ਹੈ। ਇਸ ਲਈ ਧਿਆ ਕਰ ਬਿਰਤੀ ਦੁਆਰਾ ਤ੍ਰਿਕੁਟੀ ਦਾ ਭਾਵ ਕਰਕੇ, ਭਾਵ ਧਿਆਤਾ ਅੰਤःਕਰਨ, ਧਿਆਨ ਅੰਤःਕਰਨ ਦੀ ਬਿਰਤੀ ਅਤੇ ਤੇ ਜਿਸ ਵਿੱਚ ਧਿਆਨ ਜੋੜਨਾ ਬ੍ਰਹਮ ਨਾਮ, ਇਸ ਤ੍ਰਿਕੁਟੀ ਤੋਂ ਉੱਪਰ ਉੱਠ ਜਾਣਾ। ਇਸ ਪ੍ਰਕਾਰ ਧਿਆਉਣਾ ਕਰ। ਫਿਰ ਤੇਰੇ ਅੰਦਰ ਸ਼ਰਧਾ ਦੀ ਜੜ, ਪ੍ਰੇਮ ਦਾ ਅੰਕੁਰ ਅਤੇ ਸਤ ਸੰਦੋਖ ਰੂਪ ਪੱਤੇ, ਕਰੁਣਾ ਮੁਦਤਾ ਮੈਤਰੀ ਅਤੇ ਉਪੇਖਿਆ ਰੂਪ ਟਾਹਣੀਆਂ, ਧਰਮ ਰੂਪੀ ਫੁੱਲ ਅਤੇ ਗਿਆਨ ਰੂਪ ਫਲ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਕਰਮ ਲਖੰਤਾ ਪਾਈਐ, ਪਰ ਮਹਾਰਾਜ ਫਰਮਾਉਂਦੇ ਨੇ ਇਹ ਰੁੱਤ ਸੁਹਾਈ। ਇਹ ਹਰੀ ਦਾ ਨਾਮ ਧਿਆਉਣ ਵਾਲੀ ਮਨੁੱਖਾ ਜਨਮ ਰੂਪੀ ਸ਼ੋਭਨੀਕ ਬਸੰਤ ਰੁੱਤ ਜਾਂ ਅਵਸਥਾ ਰੂਪੀ ਰੁੱਤ ਪੂਰਬਲੇ ਸ੍ਰੇਸ਼ਟ ਕਰਮਾਂ ਦੇ ਲਿਖੇ ਹੋਇਆਂ ਹੀ ਪ੍ਰਾਪਤ ਕਰੀ ਦੀ ਹੈ। ਵਣ ਤ੍ਰੇਣ ਤ੍ਰਿਭਵਨ ਮੌਲਿਆ, ਜਿਸ ਪ੍ਰਭੂ ਦੀ ਚੇਤਨ ਸੱਤਾ ਕਰਕੇ ਵਣ ਜੰਗਲ, ਤ੍ਰਿਣ ਘਾਹ ਤੇ ਤ੍ਰਿਭਵਨ ਤਿੰਨੇ ਲੋਕਾਂ ਵਾਲਾ ਬ੍ਰਹਿਮੰਡ
ਮੌਲਿਆ ਪ੍ਰਫੁੱਲਤ ਹੋ ਰਿਹਾ ਹੈ। ਅੰਮ੍ਰਿਤ ਫਲ ਪਾਈ ਉਸ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਫਲ ਨੂੰ ਪਾਉਣਾ ਕਰ। ਇਸੇ ਪ੍ਰਕਾਰ ਵਾਣ ਤ੍ਰੈਣ ਤ੍ਰਿਭਵਨ ਮੌਲਿਆ ਜਿਸ ਨੇ ਨਾਮ ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਕੀਤੀ ਹੈ, ਉਸ ਦੇ ਵਣ ਦੀ ਤਰ੍ਹਾਂ ਸਰੀਰ, ਤ੍ਰਿਣ ਦੀ ਤਰ੍ਹਾਂ ਇੰਦਰੀ, ਤ੍ਰਿਭਵਨ ਜਾਗਰਤ, ਸੁਪਨ, ਸੁਖੋਪਤ ਅਵਸਥਾ, ਇਹ ਸਾਰੇ ਹੀ ਪ੍ਰਫੁੱਲਤ ਹੋ ਰਹੇ ਹਨ। ਅੰਮ੍ਰਿਤ ਫਲ ਪਾਈ ਨਾਮ ਰੂਪ ਅੰਮ੍ਰਿਤ ਫਲ ਦੀ ਜਿਹਨੇ ਪ੍ਰਾਪਤੀ ਕੀਤੀ ਹੈ, ਉਹਨਾਂ ਦੇ ਸਰੀਰ, ਇੰਦਰੀ ਅਤੇ ਸਾਰੀਆਂ ਅਵਸਥਾਵਾਂ ਪ੍ਰਫੁੱਲਤ ਹੋ ਰਹੀਆਂ ਨੇ। ਮਿਲ ਸਾਧੂ ਸੁਖ ਉਪਜੈ ਸਾਧੂ ਸ੍ਰੇਸ਼ਟ ਮਹਾਤਮਾ ਜਾਂ ਸਤਿਗੁਰਾਂ ਦੇ ਨਾਲ ਮਿਲ ਕੇ ਉਸ ਮਨੁੱਖ ਨੂੰ ਆਤਮਿਕ ਸੁਖ ਪੈਦਾ ਹੋ ਰਿਹਾ ਹੈ। ਲੱਥੀ ਸਭ ਛਾਈ ਔਰ ਉਸ ਦੀ ਸਾਰੀ ਅਵਧਿਆ, ਹੰਗਤਾ ਮਮਤਾ ਦੀ ਛਾਈ ਮੈਲ ਕਾਲਖ ਵੀ ਲੱਥੀ ਲਹਿ ਗਈ ਹੈ। ਨਾਨਕ ਸਿਮਰੈ ਏਕ ਨਾਮ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਇੱਕ ਅਦੁੱਤੀ ਪਰਮਾਤਮਾ ਦਾ ਨਾਮ ਸਿਮਰਦੇ ਨੇ, ਫਿਰ ਬਹੁੜ ਨਾ ਥਾਈ ਉਹ ਫਿਰ ਪੁਨः ਬਹੁੜ ਮੁੜ ਕੇ ਜੂਨਾਂ ਦੇ ਵਿੱਚ ਦੌੜਦੇ ਨਹੀਂ ਹਨ। ਜਾਂ ਇਸੇ ਪ੍ਰਕਾਰ ਫਿਰ ਬਹੁੜ ਨ ਥਾਈ ਫਿਰ ਮੁੜ ਮੁੜ ਉਹਨਾਂ ਦਾ ਮਨ ਸੰਕਲਪਾਂ ਵਿਕਲਪਾਂ ਦੇ ਵਿੱਚ ਦੌੜਦਾ ਨਹੀਂ ਹੈ। ਪੰਜੇ ਬੱਦੇ ਮਹਾਬਲੀ ਇਹ ਭਾਈ ਅਸਾਂ ਨੇ ਜੋ ਅਕਾਲ ਪੁਰਖ ਵਾਹਿਗੁਰੂ ਹੈ, ਕਰ ਸੱਚਾ ਢੋਆ ਸੱਚੇ ਪ੍ਰਭੂ ਦਾ ਢੋਆ ਆਸਰਾ ਲੈ ਕਰਕੇ ਜਾਂ ਸੱਚੇ ਦਾ ਮਿਲਾਪ ਕਰਕੇ ਮਹਾਬਲੀ ਬਹੁਤ ਬਲ ਵਾਲੇ ਪੰਜ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਿਕਾਰ ਇਹ ਬੰਨ੍ਹ ਲਏ ਨੇ। ਜਿਵੇਂ ਕਿਸੇ ਭੂਤ ਨੂੰ ਬੰਨ੍ਹ ਲਈਦਾ, ਇਸ ਤਰ੍ਹਾਂ ਇਹਨਾਂ ਵਿਕਾਰਾਂ ਨੂੰ ਬੰਨ੍ਹ ਲਿਆ, ਮਤਲਬ ਆਪਣੇ ਅਧੀਨ ਵਸ ਵਿੱਚ ਕਰ ਲਏ ਨੇ। ਕਾਮ ਨੂੰ ਵਸਤੂ ਵਿਚਾਰ ਦੁਆਰਾ ਜਿੱਤ ਲਿਆ, ਕ੍ਰੋਧ ਨੂੰ ਬੀਰ ਰਸ ਦੇ ਦੁਆਰਾ ਕਾਬੂ ਕਰ ਲਿਆ, ਲੋਭ ਨੂੰ ਸੰਤੋਖ ਦੇ ਵਿੱਚ ਬਦਲ ਦਿੱਤਾ, ਜਿਹੜਾ ਮੋਹ ਹੈ ਇਹ ਗੁਰੂ ਸਾਹਿਬ ਦੇ ਨਾਲ ਪ੍ਰੇਮ ਪਾ ਲਿਆ, ਜਿਹੜਾ ਹੰਕਾਰ ਹੈ ਆਪਦੇ ਗੁਰੂ ਦੇ ਉੱਪਰ ਮਾਣ ਕਰਨ ਦੇ ਵਿੱਚ ਬਦਲ ਲਿਆ। ਇਉਂ ਇਹ ਵਿਕਾਰ ਜਾਂਦੇ ਤਾਂ ਨਹੀਂ, ਪਰ ਇਹਨਾਂ ਦਾ ਜਿਹੜਾ ਬੁਰਾ ਸੁਭਾਅ ਸੀ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼, ਬਲੀ ਕੰਧਾਰੀ ਆਦਿਕ ਨੂੰ ਮਾਰਿਆ ਤਾਂ ਨਹੀਂ, ਪਰ ਉਹਨਾਂ ਦੇ ਅੰਦਰਲਾ ਬੁਰਾ ਸੁਭਾਅ ਮਾਰ ਦਿੱਤਾ। ਇਉਂ ਜਿਹੜਾ ਵਿਗਾੜ ਵਾਲਾ ਸੁਭਾਅ ਸੀ, ਉਹਨਾਂ ਨੂੰ ਮਾਰ ਕੇ ਆਪਣੇ ਅਧੀਨ ਕਰ ਲਿਆ ਹੈ। ਆਪਣੇ ਚਰਨ ਜਪਾਇਨ ਸੋ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਵਿੱਚ ਦਇਓ ਖੜੋਆ ਸਾਡੇ ਹਿਰਦੇ ਦੇ ਵਿੱਚ ਅੰਦਰ ਦਇਓ ਪ੍ਰੇਰਕ ਪ੍ਰਭੂ ਆਪ ਖਲੋਤਾ ਭਾਵ ਸਥਿਤ ਹੋਇਆ ਹੈ, ਅਤੇ ਉਸਨੇ ਆਪਣੇ ਨਾਮ ਰੂਪੀ ਚਰਨ ਜਪਾਉਣਾ ਕੀਤੇ ਨੇ। ਇਸੇ ਪ੍ਰਕਾਰ ਆਪਣੇ ਚਰਨ ਜਪਾਇਨ ਆਪਣੇ ਚਰਨਾਂ ਦਾ ਧਿਆਨ ਦੇ ਕੇ ਆਪਣਾ ਨਾਮ ਜਪਾਉਣਾ ਕੀਤਾ ਹੈ। ਇਸੇ ਪ੍ਰਕਾਰ ਆਪਣੇ ਚਰਨ ਜਪਾਇਨ ਚਰਨ ਭਾਵ ਅਧਿਸ਼ਠਾਨ ਸਰੂਪ ਨੇ ਆਪਣੇ ਚਰਨਾਂ ਕਮਲਾਂ ਦਾ ਧਿਆਨ ਰੂਪ ਸਾਥੋਂ ਜਾਪ ਕਰਾਇਆ ਹੈ। ਵਿੱਚ ਦਇਓ ਖੜੋਆ ਵਿੱਚ ਪ੍ਰੇਰਕ ਪਰਮਾਤਮਾ ਆਪ ਹਿਰਦੇ ਵਿੱਚ ਖੜਿਆ ਹੈ। ਸੋ ਆਪ
ਉਹਨੇ ਆਪਦੇ ਨਾਮ ਦਾ ਆਸਰਾ ਦਿੱਤਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਰੋਗ ਸੋਗ ਸਭ ਮਿਟ ਗਏ, ਗੁਰਮੁਖ ਜਨਾਂ ਦੇ ਅਗਿਆਨ ਆਦਿਕ ਦੇ ਰੋਗ ਅਤੇ ਵਿਛੋੜੇ ਦੇ ਗਮ ਸਾਰੇ ਮਿਟ ਗਏ ਹਨ। ਨਿਤ ਨਵਾ ਨਿਰੋਆ, ਅਤੇ ਨਵੀਨ ਸਰੂਪ ਪ੍ਰਭੂ ਦੀ ਪ੍ਰਾਪਤੀ ਕਰਕੇ ਉਹਨਾਂ ਦਾ ਤਨ ਮਨ ਨਿਤ ਪ੍ਰਤੀ ਅਰੋਗ ਹੋਇਆ ਹੈ। ਦਿਨ ਰੈਣ ਨਾਮ ਧਿਆਏ ਦਾ, ਜੋ ਵੀ ਮਨੁੱਖ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਅਰਾਧਨਾ ਕਰਦਾ ਹੈ, ਵਿੱਚ ਪਾਏ ਨਾ ਫਿਰ ਪਾਏ ਨਾ ਮੋਆ, ਉਹ ਮੁੜ ਕੇ ਮਰਨਾ ਨਹੀਂ ਪਾਉਂਦਾ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਸ ਤੇ ਉਪਜਿਆ ਨਾਨਕਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਵਾਹਿਗੁਰੂ ਦੇ ਸਰੂਪ ਤੋਂ ਅਗਿਆਨ ਕਰਕੇ ਜੀਵ ਪੈਦਾ ਹੋਇਆ ਸੀ, ਸੋਈ ਫਿਰ ਹੋਆ, ਉਸ ਸਰੂਪ ਦਾ ਗਿਆਨ ਕਰ ਪ੍ਰਾਪਤ ਕਰਕੇ ਮੁੜ ਕੇ ਜੀਵ ਉਸੇ ਹੀ ਬ੍ਰਹਮ ਦਾ ਸਰੂਪ ਬਣ ਗਿਆ ਹੈ। ਕਿੱਥੋਂ ਉਪਜੈ ਕਹਿ ਰਹਾ ਹੈ, ਇਹ ਜੀਵ ਪ੍ਰਸ਼ਨ ਹੈ ਕਿ ਕਿੱਥੋਂ ਪੈਦਾ ਹੋਇਆ ਹੈ, ਫਿਰ ਕਿੱਥੇ ਅਸਥਿਤ ਰਹਿੰਦਾ ਹੈ, ਅਤੇ ਕਹਿ ਮਾਹੇ ਸਮਾਵੈ, ਕਿਸ ਦੇ ਵਿੱਚ ਇਹ ਜਾ ਕੇ ਸਮਾ ਜਾਂਦਾ ਹੈ, ਇਹ ਪ੍ਰਸ਼ਨ ਹੈ। ਜੀ ਜੰਤ ਸਭ ਖਸਮ ਕੇ, ਇਹਦਾ ਉੱਤਰ ਇੰਜ ਬੇਨਤੀ ਹੈ ਕਿ ਸਾਰੇ ਜਿੰਨੇ ਵੀ ਜੀਆ ਜੰਤ ਨੇ ਸਾਰੇ ਮਾਲਕ ਦੇ ਹੀ ਪੈਦਾ ਕੀਤੇ ਹੋਏ ਨੇ, ਹੋਰ ਇਹਨੇ ਕਿੱਥੋਂ ਪੈਦਾ ਹੋਣਾ। ਮਾਲਕ ਕੌਣ ਹੈ? ਬ੍ਰਹਮ। ਇਹ ਬ੍ਰਹਮ ਤੋਂ ਹੀ ਤਾਂ ਪੈਦਾ ਹੋਇਆ, ਫਿਰ ਬ੍ਰਹਮ ਦੇ ਵਿੱਚ ਹੀ ਅਸਥਿਤ ਰਹਿੰਦਾ ਹੈ, ਅਤੇ ਅੰਤ ਨੂੰ ਜਿਹੜੇ ਨਾਮ ਜਪਦੇ ਨੇ ਆਪਣੀ ਸੁਰਤੀ ਬਿਰਤੀ ਬ੍ਰਹਮ ਦੇ ਵਿੱਚ ਰੱਖਦੇ ਨੇ, ਉਹ ਬ੍ਰਹਮ ਦੇ ਵਿੱਚ ਹੀ ਸਮਾ ਜਾਂਦੇ ਨੇ। ਜਾਂ ਜੀਵਾਂ ਰੂਪ ਜੰਤ ਵਾਜੇ ਮਾਲਕ ਪਰਮਾਤਮਾ ਦੇ ਬਣਾਏ ਹੋਏ ਹਨ। ਕੌਣ ਕੀਮਤ ਪਾਵੈ, ਫਿਰ ਉਹਨਾਂ ਸਾਰਿਆਂ ਦੀ ਕੀਮਤ ਨੂੰ ਕੌਣ ਪਾ ਸਕਦਾ, ਭਾਵ ਕੋਈ ਨਹੀਂ ਪਾ ਸਕਦਾ। ਪ੍ਰਭੂ ਆਪ ਹੀ ਆਪਣੀ ਰਚਨਾ ਨੂੰ ਜਾਣਦਾ ਹੈ। ਕਹਿਣ ਧਿਆਨ ਸੁਣਨ ਨਿਤ, ਜਿਹੜੇ ਪ੍ਰਤੱਖ ਰਸਨਾ ਕਰਕੇ ਜਾਂ ਪ੍ਰੀਤ ਰੂਪ ਰਸਨਾ ਕਰਕੇ ਪਰਮਾਤਮਾ ਦਾ ਨਾਮ ਨਿਤ ਪ੍ਰਤੀ ਕਹਿੰਦੇ ਨੇ, ਉਚਾਰਨ ਕਰਦੇ ਨੇ, ਮਨ ਕਰਕੇ ਅਰ ਧਿਆ ਕਰ ਬਿਰਤੀ ਕਰਕੇ ਧਿਆਇਨ ਧਿਆਉਂਦੇ ਹਨ, ਅਤੇ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦੇ ਹਨ। ਸੇ ਭਗਤ ਸੁਹਾਵੈ, ਉਹ ਭਗਤ ਜਨ ਲੋਕ ਪਰਲੋਕ ਦੇ ਵਿੱਚ ਸ਼ੋਭਨੀਕ ਹੁੰਦੇ ਨੇ। ਤਿਨ ਕੀ ਸ਼ੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਜਿਨ੍ਹਾਂ ਪ੍ਰਭੂ ਦੇ ਚਰਨਾਂ ਦਾ ਆਸਰਾ ਲਿਆ ਹੋਇਆ, ਉਹਨਾਂ ਦੀ ਜਿਹੜੀ ਸ਼ੋਭਾ ਹੈ ਧਰਮਰਾਜ ਤਿਨਕਾ ਮਿੱਤ ਹੈ। ਧਰਮਰਾਜੇ ਦੇ ਦਰਬਾਰ 'ਚ ਵੀ ਹੁੰਦੀ ਹੈ, ਉਹ ਵੀ ਉਹਨਾਂ ਦਾ ਮਿੱਤਰ ਬਣ ਜਾਂਦਾ। ਰੇ ਰੇ ਦਰਗਹਿ ਕਾਹੈ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਗੁਰਦੁਆਰੇ ਵਿੱਚ ਵੀ ਸੰਤਾਂ ਮਹਾਤਮਾ ਦੀ ਸ਼ੋਭਾ ਵਡਿਆਈ ਸੰਗਤਾਂ ਅੱਖਾਂ ਵਿਛਾਉਂਦੀਆਂ ਨੇ। ਸੋ ਜਿਹੜੇ ਰੱਬ ਦਾ ਜਸ ਕਥਾ ਕੀਰਤਨ ਕਰਦੇ ਨੇ, ਸੰਗਤਾਂ ਉਹਨਾਂ ਦੀ ਉਡੀਕ ਕਰਦੀਆਂ। ਇਸ ਲਈ ਇਹੀ ਵਡਿਆਈ ਵਾਲੀ ਮਾਣ ਵਾਲੀ ਗੱਲ ਹੈ। ਜਿਸ ਅਸਥਾਨ 'ਤੇ ਆ ਬੈਠੇ ਹੋ, ਇਹ ਵਡਿਆਈ ਤਾਂ ਹੈ। ਉਹਨਾਂ ਸ਼ਹੀਦਾਂ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵੇਖੋ ਕਿੰਨੀਆਂ ਸੁੰਦਰ ਕਿਸਮ ਦੀਆਂ ਮਠਿਆਈਆਂ ਤਿਆਰ ਹੋ ਰਹੀਆਂ, ਕਿੰਨਾ ਇਹ ਡੈਕੋਰੇਸ਼ਨ ਦਾ ਪ੍ਰੋਗਰਾਮ, ਕਿੰਨੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਸੋ ਉਤਸ਼ਾਹ ਹੈ। ਕਥਾ ਕੀਰਤਨ ਦੇ ਸਮਾਗਮ ਰੱਖੇ ਜਾ ਰਹੇ ਨੇ। ਇਹ ਸ਼ੋਭਾ ਅਤੇ ਮਾਣ ਅਤੇ ਵਡਿਆਈ ਵਾਲੀ ਬਾਤ ਤਾਂ ਹੈ।
ਇਸ ਲਈ ਮਹਾਰਾਜ ਕਹਿੰਦੇ ਨੇ, ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਜੋ ਹਰੀ ਦੇ ਦਾਸਾਂ ਦੀ, ਸੇਵਕਾਂ ਦੀ, ਸ਼ਹੀਦਾਂ ਦੀ ਸ਼ੋਭਾ ਜਾਂ ਵਡਿਆਈ ਹੈ, ਇਹ ਉਹਨਾਂ ਦੀ ਨਹੀਂ, ਇਹ ਜੋ ਉਹਨਾਂ ਨੇ ਕੁਰਬਾਨੀ ਕੀਤੀ ਹੈ, ਆਪਦੇ ਗੁਰੂ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ, ਨਾਮ ਜਪਿਆ, ਬਾਣੀ ਪੜ੍ਹੀ, ਇਹ ਉਸ ਦੀ ਵਡਿਆਈ ਹੈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਇਹ ਰੱਬ ਦੀ ਵਡਿਆਈ ਹੋਈ ਹੈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਵਡਿਆਈ ਵਾਹਿਗੁਰੂ ਨੂੰ ਆਪਣੀ ਭਾਉਂਦੀ ਚੰਗੀ ਲੱਗਦੀ ਹੈ, ਆਪਦੇ ਸੇਵਕ ਦੀ ਜੈ ਜੈਕਾਰ ਕਰਾਉਂਦਾ ਹੈ। ਉਹ ਭਗਤ ਰੱਬ ਦੇ ਦਰਬਾਰ ਸੱਚਖੰਡ ਵਿੱਚ, ਗੁਰੂ ਦੇ ਦਰਬਾਰ ਗੁਰੂ ਘਰ ਦੇ ਵਿੱਚ, ਧਾਰਮਿਕ ਜਗ੍ਹਾ 'ਤੇ ਸ਼ੋਭਾ ਪਾਉਂਦੇ ਨੇ। ਆਗਮਿ ਅਗੋਚਰ ਸਾਹਿਬੋ, ਉਹ ਪ੍ਰਭੂ ਮਨ ਕਰਕੇ, ਸ਼ਾਸਤਰਾਂ ਕਰਕੇ, ਗਮਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਅਤੇ ਮਾਇਆ ਬਿਰਤੀ ਕਰਕੇ ਸਭਨਾਂ ਦਾ ਸਾਹਿਬ ਮਾਲਕ ਹੈ। ਦੂਸਰ ਲਵੈ ਨ ਲਾਵੈ, ਹੋਰ ਕੋਈ ਦੂਜਾ ਉਸ ਦੇ ਲਵੈ ਸਦਰਸ਼ ਬਰਾਬਰ ਨਹੀਂ ਲਾਈਦਾ। ਸੱਚ ਪੂਰੈ ਗੁਰ ਉਪਦੇਸਿਆ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਪੂਰਨ ਗੁਰਾਂ ਨੇ ਹੀ ਸੱਚਾ ਉਪਦੇਸ਼ ਦੇਣਾ ਕੀਤਾ ਹੈ। ਨਾਨਕ ਸੁਣਾਵੈ, ਪਰ ਅਸੀਂ ਸੰਗਤਾਂ ਦੇ ਤਾਈਂ ਉਹ ਉਪਦੇਸ਼ ਸੁਣਾਉਣਾ ਕਰਦੇ ਹਾਂ। ਇਹ ਬਸੰਤ ਕੀ ਵਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ 3 ਪੌੜੀਆਂ ਦੀ ਹੋਈ ਰਚਨਾ ਕੀਤੀ ਹੈ। ਇਸ ਬਾਬਤ ਐਸੀ ਸਾਖੀ ਵੀ ਪ੍ਰਸਿੱਧ ਹੈ ਕਿ ਜਦ ਸਤਿਗੁਰਾਂ ਨੇ ਬਸੰਤ ਕੀ ਵਾਰ ਲਿਖਾਉਣੀ ਪ੍ਰਾਰੰਭ ਕੀਤੀ, ਤਦੋਂ ਵੱਡਾ ਦਿਨ ਚੜ੍ਹ ਗਿਆ ਸੀ ਅਤੇ ਲੰਗਰ ਤਿਆਰ ਹੋ ਚੁੱਕਾ ਸੀ। ਲਾਂਗਰੀ ਸਿੱਖ ਹੱਥ ਜੋੜ ਕੇ ਖੜਾ ਰਿਹਾ। ਜਦੋਂ ਸਤਿਗੁਰਾਂ ਨੇ 3 ਪੌੜੀਆਂ ਰਚ ਦਿੱਤੀਆਂ ਤਾਂ ਉਤਾਹ ਨੂੰ ਦ੍ਰਿਸ਼ਟੀ ਕਰਕੇ ਗੁਰਾਂ ਨੇ ਤੱਕਿਆ। ਤਦੋਂ ਸਿੱਖ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਭੋਜਨ ਤਿਆਰ ਹੈ। ਸਤਿਗੁਰਾਂ ਨੇ ਲੰਗਰ ਦਾ ਸਤਿਕਾਰ ਰੱਖਦਿਆਂ ਹੋਇਆਂ ਬਾਣੀ ਸੰਤੋਖ ਕੇ ਲੰਗਰ ਛਕਣ ਲਈ ਚਾਲਾ ਮਾਰ ਦਿੱਤਾ ਅਤੇ ਹੋਰ ਪੌੜੀਆਂ ਉਚਾਰਨ ਨਹੀਂ ਕੀਤੀਆਂ। ਜਾਂ ਸਤਿਗੁਰੂ ਸਾਹਿਬ ਜੀ ਨੇ ਬਸੰਤ ਕੀ ਵਾਰ ਦੀ ਰਚਨਾ ਹੀ ਇੰਨੀ ਕੁ ਕਰਨੀ ਸੀਗੀ, ਪ੍ਰਸ਼ਾਦਾ ਛਕ ਕੇ ਵੀ ਰਚ ਸਕਦੇ ਸੀਗੇ, ਪਰ ਮਹਾਰਾਜ ਦੀ ਮੌਜ ਹੀ ਇੰਨੀ ਕੁ ਹੋਊਗੀ। ਇਸ ਲਈ 3 ਪੌੜੀਆਂ ਰਚ ਕੇ ਹੀ ਇਸ ਵਾਰ ਦਾ ਭੋਗ ਪਾ ਦਿੱਤਾ। ਇੱਕ ਬਾਬੂ ਤੇਜਾ ਸਿੰਘ ਹੋਇਆ ਹੈ, ਜਿਸ ਨੇ ਵੈਰੋਕੇ ਨਗਰ ਦੇ ਇੱਕ ਦਰਬਾਰੀ ਦਾਸ ਕਵੀ ਦੀ ਲਿਖੀ ਹੋਈ ਹਰ ਜਸ ਪੋਥੀ ਦੀ ਕਵਿਤਾ ਦੇ ਵਿੱਚੋਂ ਕੁਝ ਪੌੜੀਆਂ ਲੈ ਕੇ ਨਾਲ ਮਹੱਲਾ 6ਵਾਂ, ਮਹੱਲਾ 7ਵਾਂ ਅਤੇ ਮਹੱਲਾ 8ਵਾਂ ਦੇ ਨਾਮਾਂ ਹੇਠ ਸ਼ਲੋਕ ਲਿਖ ਕੇ ਇਸ ਬਸੰਤ ਕੀ ਵਾਰ ਨੂੰ 15 ਪੌੜੀਆਂ ਦੀ ਵਾਰ ਲੈ ਕੇ ਸੰਗਤਾਂ ਵਿੱਚ ਪ੍ਰਚਾਰ ਕੀਤਾ ਸੀ ਕਿ ਜੇਕਰ ਇਹਨਾਂ ਮਹੱਲਿਆਂ ਸਹਿਤ ਬਾਣੀ ਪੜ੍ਹਾਂਗੇ ਤਾਂ ਹੀ 10 ਗੁਰੂਆਂ ਦਾ ਸਰੂਪ ਹੋ ਸਕਦਾ ਹੈ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਥਾ ਵਿੱਚ ਬਚਨ ਕਰਦੇ ਨੇ ਕਿ ਉਹਨੂੰ ਪਤਾ ਨਹੀਂ ਲੱਗ ਸਕਿਆ ਕਿ ਜੇਕਰ ਪਹਿਲੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਤਾਂ ਵੀ 10 ਸਰੂਪ ਹੀ ਉਚਾਰਨ ਕਰ ਰਹੇ ਨੇ, ਕਿਉਂਕਿ ਜੋਤ ਤਾਂ ਵਾਹਿਗੁਰੂ ਅਕਾਲ ਪੁਰਖ ਦੀ ਹੋਈ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸੇ ਤਰ੍ਹਾਂ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੀ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ,
ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਮਹੱਲਾ 10ਵਾਂ ਇੱਕ ਸਰੂਪ ਦੇ ਵਿੱਚ ਲਿਖਿਆ ਮਿਲਦਾ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ। ਪਟਨਾ ਸਾਹਿਬ ਵਾਲਾ ਬਾਬਾ ਦੀਪ ਸਿੰਘ ਦਾ ਹੱਥ ਲਿਖਤ ਸਰੂਪ, ਇਹਦੇ ਅੱਗੇ ਮਹੱਲਾ 10ਵਾਂ ਹੈ। ਪਰ ਉਹ ਜਿਹੜੇ ਪ੍ਰਚਲਿਤ ਸਰੂਪ ਨੇ ਦਮਦਮੀ ਬੀੜਾ, ਇਹ 'ਚ ਮਹੱਲਾ 10ਵਾਂ ਨਹੀਂ ਲਿਖਿਆ, ਪਰ ਹੈ ਤਾਂ ਬਾਣੀ 10ਵੇਂ ਪਾਤਸ਼ਾਹ ਦੀ। ਜੇ ਨਹੀਂ ਵੀ ਲਿਖਿਆ ਤਾਂ 9ਵੇਂ ਪਾਤਸ਼ਾਹ ਨੇ ਹੀ ਆਪਣੀ ਜੋਤ 10ਵੇਂ 'ਚ ਰੱਖੀ, ਗੱਲ ਤਾਂ ਇੱਕੋ ਹੀ ਆ। ਸ਼ਲੋਕ ਮਹੱਲਾ 9ਵਾਂ ਸਿਰਲੇਖ ਹੇਠ ਵੀ ਜਿਹੜੀ ਗੁਰਬਾਣੀ ਹੈ ਉਹ ਵੀ ਤਾਂ ਉਸੇ ਸਰੂਪ 'ਚ ਹੀ ਹੈ। ਇਉਂ 10 ਗੁਰੂ ਸਾਹਿਬਾਨਾਂ ਦੀ ਜੋਤ ਤਾਂ ਇੱਕ ਹੀ ਹੈ ਭਾਈ। ਮਹਾਂਪੁਰਖਾਂ ਨੇ ਦੱਸਿਆ ਕਿ ਜਦੋਂ ਅਸੀਂ ਰਾਏਪੁਰ ਵਿੱਚ ਕਥਾ ਕਰਨ ਲਈ ਗਏ ਸਾਂ, ਤਦੋਂ ਉੱਥੇ ਇੱਕ ਪ੍ਰੇਮੀ ਨੇ ਇਹ ਬਸੰਤ ਕੀ ਵਾਰ 15 ਪੌੜੀਆਂ ਵਾਲੀ ਲਿਆ ਕੇ ਸਾਨੂੰ ਦਰਸ਼ਨ ਕਰਵਾਏ ਸਨ ਕਿ ਇਸ ਬਾਣੀ ਨੂੰ ਪੜ੍ਹੋ। ਤਦੋਂ ਅਸੀਂ ਕਿਹਾ ਕਿ ਭਾਈ ਜਿਤਨੀ ਬਾਣੀ ਸਾਨੂੰ ਗੁਰੂ ਸਾਹਿਬ ਜੀ ਨੇ ਉਚਾਰਨ ਕਰਕੇ ਉਪਦੇਸ਼ ਰੂਪ ਦੇ ਵਿੱਚ ਦਿੱਤੀ ਹੈ, ਸਾਨੂੰ ਤਾਂ ਉਤਨੀ ਹੀ ਪ੍ਰਵਾਨ ਕਰਨੀ ਚਾਹੀਦੀ ਹੈ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ। ਇਹ ਸ਼ਾਇਦ ਬਾਬੂ ਤੇਜਾ ਸਿੰਘ ਪਸੌੜੀਆ ਹੋਇਆ। ਪਸੌੜੀਆ, ਇਹਨਾਂ ਪਸੌੜੀਆਂ ਨੇ ਗੋਰਿਆਂ ਦੇ ਆਖੇ ਲਾ ਕੇ ਗੁਰਬਾਣੀ ਦੀ ਅਦਲ ਬਦਲ ਕੀਤੀ ਸੀਗੀ। ਰਾਗ ਮਾਲਾ ਨਾਲ ਵੀ ਇਹਨਾਂ ਨੇ ਛੇੜਖਾਨੀ ਕੀਤੀ ਸੀ, ਰਹਿ ਰਾਸ ਦੇ ਵਿੱਚ ਵੀ ਵੱਧ ਘੱਟ ਕੀਤਾ ਸੀਗਾ। ਫਿਰ ਅਕਾਲ ਤਖਤ 'ਤੇ ਪਰਚੀਆਂ ਪਾਈਆਂ ਗਈਆਂ ਸਨ। ਇਹ ਪਸੌੜੀਆਂ ਨੇ ਗੋਰਿਆਂ ਅੰਗਰੇਜ਼ਾਂ ਦੇ ਆਖੇ ਲਾ ਕੇ ਦੁਬਧਾ ਪਾਉਣ ਦਾ ਯਤਨ ਕੀਤਾ, ਜਿਵੇਂ ਅੱਜ ਕੱਲ੍ਹ ਵੀ ਕਈ ਲੋਕ ਐਸਾ ਗਲਤ ਪ੍ਰਚਾਰ ਕਰਦੇ ਨੇ। ਤਾਂ ਇਸ ਲਈ ਇਹ 3 ਪੌੜੀਆਂ ਦੀ ਵਾਰ ਸਾਨੂੰ ਪੜ੍ਹਨੀ ਚਾਹੀਦੀ ਹੈ। ਇਹਦੇ ਉੱਪਰ ਆਪਣੀ ਤੁਸ਼ ਮਤ ਅਨੁਸਾਰ ਸ਼ੰਕਾ ਨਹੀਂ ਕਰਨੀ ਚਾਹੀਦੀ। ਜੋ ਮਹਾਰਾਜ ਨੇ ਲਿਖਿਆ ਹੈ ਸਾਡੇ ਵਾਸਤੇ ਉਹੀ ਬ੍ਰਹਮ ਰੂਪ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋ ਕੁਝ ਲਿਖਿਆ ਉਹੀ ਸਹੀ ਹੈ। ਜੋ ਬਾਹਰ ਹੈ ਉਹ ਆਪਦੀ ਮਤ ਦੇ ਅਨੁਸਾਰ ਹੈ। ਕਬੀਰ ਸਾਹਿਬ ਦੇ ਸ਼ਲੋਕ ਵੀ ਤਾਂ ਬਥੇਰੇ ਮਿਲਦੇ ਨੇ, ਪਰ ਉਹਨੂੰ ਆਪਾਂ ਗੁਰੂ ਦੀ ਬਾਣੀ ਨਹੀਂ ਮੰਨਦੇ। ਪੜ੍ਹਨ ਨੂੰ ਭਾਵੇਂ ਪੜ੍ਹੀ ਜਾਓ, ਪੜ੍ਹਨ ਦਾ ਤਾਂ ਕੋਈ ਹਰਜ ਨਹੀਂ ਹੈ, ਪਰ ਸਿਮਰਨ ਜਿਹੜਾ ਹੈ ਉਹ ਗੁਰਬਾਣੀ ਦਾ ਹੀ ਹੋਊਗਾ। ਜੋ ਮਹਾਰਾਜ ਦੇ ਵਿੱਚ ਲਿਖਿਆ ਹੈ ਸਿਮਰਨ ਦਾ ਫਲ ਉਹਦਾ ਹੀ ਹੈ। ਇਸ ਲਈ ਇਸ ਤਰ੍ਹਾਂ ਇਹ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪ ਦੀ ਮੌਜ ਹੈ। ਬਸੰਤ ਬਾਣੀ ਭਗਤਾਂ ਕੀ। ਹੁਣ ਬਸੰਤ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਜਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦਰਜ ਕਰਦੇ ਹਨ। ਕਬੀਰ ਜੀ ਭਗਤ ਕਬੀਰ ਸਾਹਿਬ ਜੀ ਦੀ ਇਹ ਪਹਿਲਾਂ ਬਾਣੀ ਲਿਖਵਾ ਰਹੇ ਨੇ। ਕਾਰ ਪਹਿਲਾ ਪਹਿਲੇ ਸੁਰ ਤਾਲ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕੋ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਜੋ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਐਸਾ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀਓ, ਪ੍ਰਕਰਨ ਜੋ ਬਦਲ ਰਿਹਾ, ਇਸ ਲਈ ਬੀਜ ਮੰਤਰ ਉਚਾਰਨ ਕਰਕੇ ਮੰਗਲ ਕੀਤਾ ਹੈ। ਕਬੀਰ ਜੀ ਦੇ ਪਾਸ ਉਹ ਸਾਧੂ ਮਹਾਤਮਾ ਨੇ ਬਸੰਤ ਰੁੱਤ ਬਾਬਤ ਪੁੱਛਿਆ।
ਤਾਂ ਕਬੀਰ ਜੀ ਉਚਾਰ ਰਹੇ ਨੇ। ਮੌਲੇ ਧਰਤੀ ਮੌਲਿਆ ਆਕਾਸ। ਸਮਸ਼ਟੀ ਉਪਾਧੀ ਕਰਕੇ ਪ੍ਰਫੁੱਲਤਾ ਦੱਸਦੇ ਨੇ ਕਿ ਇਹ ਭਾਈ ਪ੍ਰਭੂ ਦੀ ਚੇਤਨ ਸੱਤਾ ਦੇ ਨਾਲ ਧਰਤੀ ਵੀ ਸਾਰੀ ਬਨਸਪਤੀ ਕਰਕੇ ਪ੍ਰਫੁੱਲਤ ਹੋ ਰਹੀ ਹੈ ਅਤੇ ਆਕਾਸ਼ ਵੀ ਸੂਰਜ ਚੰਦਰਮਾ ਤਾਰੇ ਆਦਿ ਕਰਕੇ ਪ੍ਰਫੁੱਲਤ ਹੋ ਰਿਹਾ ਹੈ। ਘਟ ਘਟ ਮੌਲਿਆ ਆਤਮ ਪਰਗਾਸ। ਆਤਮ ਆਪਣਾ ਆਪ ਰੂਪ ਤੇ ਪ੍ਰਕਾਸ਼ ਰੂਪ ਪ੍ਰਭੂ ਸਾਰੇ ਘਟਾਂ ਘਟਾਂ ਵਿੱਚ ਪ੍ਰਫੁੱਲਤ ਹੋ ਰਿਹਾ ਹੈ। ਇਸੇ ਪ੍ਰਕਾਰ ਮੌਲੇ ਧਰਤੀ ਮੌਲਿਆ ਆਕਾਸ। ਵਿਅਸ਼ਟੀ ਉਪਾਧੀ ਕਰਕੇ ਪ੍ਰਫੁੱਲਤਾ ਦੱਸਦੇ ਨੇ ਕਿ ਇਹ ਭਾਈ ਉਸ ਪ੍ਰਭੂ ਦੀ ਸੱਤਾ ਪਾ ਕੇ ਦੇਹ ਰੂਪੀ ਧਰਤੀ ਜਾਂ ਬੁੱਧ ਰੂਪ ਧਰਤੀ ਪ੍ਰਫੁੱਲਤਾ ਦੇ ਸਹਿਤ ਹੋ ਰਹੀ ਹੈ। ਉਹ ਪ੍ਰਭੂ ਹਿਰਦੇ ਰੂਪ ਆਕਾਸ਼ ਵਿੱਚ ਮਿਲ ਰਿਹਾ ਹੈ, ਪ੍ਰਫੁੱਲਤ ਹੋ ਰਿਹਾ ਹੈ। ਘਟ ਘਟ ਮੌਲਿਆ ਆਤਮ ਪਰਗਾਸ। ਸਾਰਿਆਂ ਦਾ ਆਤਮ ਆਪਣਾ ਰੂਪ ਪ੍ਰਭੂ ਆਪਣੀ ਚੇਤਨ ਸੱਤਾ ਦੇ ਪ੍ਰਕਾਸ਼ ਕਰਕੇ ਘਟਾਂ ਘਟਾਂ ਵਿੱਚ ਵੀ ਮਿਲ ਰਿਹਾ ਹੈ। ਰਾਜਾ ਰਾਮ ਮੌਲਿਆ ਅਨੰਤ ਪਾਏ। ਰਾਜਾ ਪ੍ਰਕਾਸ਼ ਰੂਪ ਅਤੇ ਰਮਿਆ ਹੋਇਆ ਪ੍ਰਭੂ ਅਨੇਕਾਂ ਭਾਏ ਪ੍ਰਕਾਰ ਤਰੀਕਿਆਂ ਦੇ ਨਾਲ ਸਭ ਨੂੰ ਪ੍ਰਫੁੱਲਤ ਕਰ ਰਿਹਾ ਹੈ। ਜਹ ਦੇਖੋ ਤਹ ਰਹਿਆ ਸਮਾਏ। ਮੈਂ ਜਿੱਥੇ ਜਿੱਥੇ ਵੀ ਦੇਖਦਾ ਉੱਥੇ ਹੀ ਉਹ ਪ੍ਰਭੂ ਸਮਾ ਰਿਹਾ ਵਿਆਪਕ ਹੋ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਦੁਤੀਆ ਮੌਲੇ ਚਾਰ ਵੇਦ। ਇਹ ਵਾਚ ਸ੍ਰਿਸ਼ਟੀ ਕਥਨ ਕੀਤੀ ਹੈ। ਅੱਗੇ ਵਾਚਕ ਸ੍ਰਿਸ਼ਟੀ ਦਾ ਕਥਨ ਕਰਦੇ ਨੇ। ਸਾਧ ਸੰਗਤ ਜੀਓ, ਵਾਚ ਰੂਪ ਆਕਾਰ ਦਾ ਨਾਮ ਹੈ ਅਤੇ ਵਾਚਕ ਨਾਮ ਆਕਾਰਾਂ ਵਾਲੀ ਸ੍ਰਿਸ਼ਟੀ। ਵਾਚ ਰੂਪ ਅਤੇ ਨਾਮਾਂ ਕਰਕੇ ਜਿਹੜੀ ਸ੍ਰਿਸ਼ਟੀ ਕਥਨ ਕੀਤੀ ਜਾਂਦੀ ਉਹ ਵਾਚਕ ਰੂਪ ਹੈ। ਸੋ ਵਿਸ਼ਰਾਮ ਦੇ ਕੇ ਵਾਚਕ ਸ੍ਰਿਸ਼ਟੀ ਦਾ ਕਥਨ ਕਰਦੇ ਕਿ ਦੁਤੀਆ ਮੌਲੇ ਚਾਰ ਵੇਦ। ਦਵੈਤ ਰੂਪ ਸੰਸਾਰ ਵਿੱਚ ਚਾਰੇ ਵੇਦ ਵੀ ਕਰਮ ਉਪਾਸਨਾ ਗਿਆਨ ਕਰਕੇ ਮੌਲੇ ਪ੍ਰਫੁੱਲਤ ਹੋ ਰਹੇ ਹਨ। ਸਿਮਰਤ ਮੌਲੀ ਸੌ ਕਤੇਬ। 27 ਸਿਮਰਤੀਆਂ ਕਤੇਬ 4 ਕਿਤਾਬਾਂ ਤੌਰੇਤ ਜ਼ੰਬੂਰ ਅੰਜੀਲ ਤੇ ਕੁਰਾਨ ਦੇ ਸਹਿਤ ਆਪੋ ਆਪਣੀ ਸਮਝ ਨੂੰ ਕਥਨ ਕਰਨ ਵਾਲੀਆਂ ਹੋ ਕੇ ਪ੍ਰਫੁੱਲਤ ਹੋ ਰਹੀਆਂ ਹਨ। ਸ਼ੰਕਰ ਮੌਲਿਓ ਜੋਗ ਧਿਆਨ। ਜੋ ਸ਼ੰਕਰ ਸ਼ਿਵ ਜੀ ਯੋਗ ਨਾਲ ਧਿਆਨ ਲਾਉਣ ਕਰਕੇ ਪ੍ਰਫੁੱਲਤ ਹੋ ਰਿਹਾ ਹੈ। ਕਬੀਰ ਕੋ ਸੁਆਮੀ ਸਭ ਸਮਾਨ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦਾ ਮਾਲਕ ਪ੍ਰਭੂ ਸਾਰਿਆਂ ਵਿੱਚ ਹੀ ਸਮਾਨ ਸਮਾਇਆ ਹੋਇਆ ਹੈ ਜਾਂ ਸਾਰਿਆਂ ਵਿੱਚ ਸਮਾਨ ਸੱਤਾ ਰੂਪ ਹੋ ਕੇ ਵਰਤ ਰਿਹਾ ਹੈ। ਪੰਡਤ ਜਨ ਮਾਤੇ ਪੜਨ ਪੁਰਾਨ। ਪੜ੍ਹਨ ਨੰਨਾ ਨਹੀਂ ਹੈ, ਪੜ੍ਹ ਪੁਰਾਣ। ਇਹ ਉਪਦੇਸ਼ ਸੁਣ ਕੇ ਉਹਨਾਂ ਸਾਧੂਆਂ ਨੇ ਕਿਹਾ ਕਿ ਹੇ ਕਬੀਰ ਜੀ, ਜਿਹੜੇ ਪੰਡਤ ਜੋਗੀ ਸੰਨਿਆਸੀ ਆਦਿਕ ਨੇ ਕਿ ਉਹ ਪਰਮਾਤਮਾ ਵਾਲੇ ਪਾਸੇ ਜਾਗਦੇ ਨੇ। ਤਦ ਕਬੀਰ ਜੀ ਕਥਨ ਕਰਦੇ ਕਿ ਜਿਹੜੇ ਪੰਡਤ ਵਿਦਵਾਨ ਬ੍ਰਾਹਮਣ ਜਨ ਨੇ ਲੋਕ, ਉਹ ਪੁਰਾਣਾਂ ਨੂੰ ਪੜ੍ਹ ਪੜ੍ਹ ਕੇ ਹੰਕਾਰ ਦੇ ਵਿੱਚ ਮਾਤੇ ਮਸਤ ਹੋਏ ਪਏ ਹਨ। ਕੋਈ 4 ਅੱਖਰ ਪੜ੍ਹ ਜਾਵੇ ਸਹੀ, 4 ਸੁਰਾਂ ਵਾਜੇ ਦੀਆਂ ਗਾਉਣ ਵਾਲੀਆਂ ਸਿੱਖ ਲਏ ਸਹੀ, ਉਹ ਤਾਂ ਸਾਰੇ ਹੀ ਪੰਥ ਨੂੰ ਅੱਗੇ ਲਾ ਲੈਂਦਾ ਵੀ ਮੈਂ ਹੀ ਮੈਂ ਹਾਂ, ਮੈਨੂੰ ਹੀ ਸਾਰਾ ਕੁਝ ਪਤਾ। ਪੁਰਾਣੇ ਸਿੱਖ ਤਾਂ ਐਵੇਂ ਬੁੱਧੂ ਹੀ ਸਨ ਜਿਹੜੇ ਦਸਮ ਗ੍ਰੰਥ ਦਾ ਪਾਠ ਕਰਦੇ ਰਹੇ ਜਾਂ ਇਹਨਾਂ ਨਾਲ ਗੁਰਬਾਣੀ ਦਾ ਨਿਤਨੇਮ ਸਾਨੂੰ ਹੀ ਸਮਝ ਹੈ। ਇੰਝ
ਜਿਹੜੇ ਪੰਡਤ ਨੇ ਉਹ ਹੰਕਾਰ ਦੇ ਵਿੱਚ ਮਸਤੇ ਪਏ ਨੇ। ਜੋਗੀ ਮਾਤੇ ਜੋਗ ਧਿਆਨ, ਜੋਗੀ ਲੋਕ ਜੋਗ ਦੇ ਧਿਆਨ ਵਿੱਚ ਮਸਤੇ ਪਏ ਨੇ। ਭਾਵ ਜੋਗ ਸਾਧਨਾ ਕਰਕੇ ਲੰਮੀ ਉਮਰ ਕਰਕੇ ਹੰਕਾਰੀ ਹੋਏ ਪਏ ਹਨ। ਸੰਨਿਆਸੀ ਮਾਤੇ ਅਹੰਮੇਵ, ਸੰਨਿਆਸੀ ਲੋਕ ਆਪਣੇ ਆਪ ਨੂੰ ਬ੍ਰਾਹਮਣਾਂ ਦੇ ਵੀ ਗੁਰੂ ਸਮਝ ਕੇ ਹੰਕਾਰ ਵਿੱਚ ਮਸਤ ਹੋਏ ਪਏ ਹਨ। ਤਪਸੀ ਮਾਤੇ ਤਪ ਕੈ ਭੇਵ, ਤਪਸਵੀ ਲੋਕ ਤਪ ਦੇ ਭੇਦ ਵਿੱਚ ਹੰਕਾਰ ਦੇ ਸਹਿਤ ਮਸਤ ਹੋਏ ਫਿਰਦੇ ਨੇ। ਸਭ ਮਦ ਮਾਤੇ ਕੋ ਨ ਜਾਗ, ਇੰਜ ਸਾਰੇ ਜੀਵ ਹੰਕਾਰ ਦੇ ਨਸ਼ੇ 'ਚ ਮਸਤ ਹੋਏ ਪਏ ਨੇ। ਕੋਈ ਵੀ ਮਨੁੱਖ ਨਿਮਰਤਾ ਧਾਰਨ ਕਰਕੇ ਗਿਆਨ ਅਵਸਥਾ ਵਿੱਚ ਨਹੀਂ ਜਾਗਦਾ। ਸੰਗ ਹੀ ਚੋਰ ਕਰ ਮੁਸਨ ਲਾਗ, ਜਿੱਥੇ ਹੰਕਾਰ ਹੈ ਉੱਥੇ ਨਾਲ ਹੀ ਕਾਮ ਕ੍ਰੋਧ ਰੂਪ ਚੋਰ ਵੀ ਅੰਤःਕਰਨ ਰੂਪੀ ਘਰ ਵਿੱਚੋਂ ਸ਼ੁਭ ਗੁਣਾ ਰੂਪੀ ਧਨ ਨੂੰ ਲੁੱਟਣ ਲੱਗੇ ਹੋਏ ਨੇ। ਭਾਵ ਹਉਮੈ ਦਾ ਪਾੜ ਲੱਗਾ ਹੋਇਆ, ਸੰਨ ਲੱਗੀ ਹੋਈ ਹੈ, ਜਿਸ ਵਿੱਚੋਂ ਦੀ ਲੰਘ ਕੇ ਇਹ ਸ਼ੁਭ ਗੁਣਾ ਨੂੰ ਲੁੱਟ ਰਹੇ ਨੇ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ ਕਿ ਹੇ ਕਬੀਰ ਜੀ, ਕੋਈ ਜਾਗਦਾ ਵੀ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਭਾਈ ਜਾਗਣ ਵਾਲੇ ਵੀ ਬਥੇਰੇ ਨੇ, ਉਹਨਾਂ ਦੇ ਨਾਮ ਤੁਹਾਨੂੰ ਅੱਜ ਸੁਣਾ ਤਾਂ ਦਿੰਦੇ ਹਾਂ, ਪਰ ਜਿਹੜੀ ਵਿਆਖਿਆ ਹੈ ਉਹ ਕੱਲ੍ਹ ਨੂੰ ਸੁਣਾਵਾਂਗੇ। ਲਓ, ਜਿਹੜੇ ਜਾਗਦੇ ਨੇ ਪਹਿਲਾਂ ਉਹਨਾਂ ਦਾ ਨਾਮ ਸੁਣੋ ਅਤੇ ਵਿਆਖਿਆ ਕੱਲ੍ਹ ਨੂੰ ਆਪ ਜੀ ਕਥਾ ਦੇ ਸਮੇਂ 'ਤੇ ਸਰਵਣ ਕਰੋਗੇ। ਮੈਂ ਇੱਥੇ ਭੁੱਲਾਂ ਚੁੱਕਾਂ ਦੀ ਮਾफ़ੀ ਮੰਗਦਾ। ਪਾਠੀ ਸਿੰਘ ਪਾਸੋਂ ਪਾਠ ਸੁਣੋ, ਫਿਰ ਫਤਿਹ ਬੁਲਾਵਾਂਗੇ। ਜਾਗੈ ਸੁਖ ਦਿਓ ਅਰ ਅਖੂਰਾ, ਹਣਵੰਤ ਜਾਗੈ ਧਰ ਲੰਕੂਰਾ। ਸ਼ੰਕਰ ਜਾਗੇ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਇਸ ਦੇਹੀ ਕੇ ਅਦਕ ਕਾਮ, ਕਹੈ ਕਬੀਰ ਭਜ ਰਾਮ ਰਾਮ। ਇਸ ਦੇਹੀ ਕੇ ਅਦਕ ਕਾਮ, ਕਹਿ ਕਬੀਰ ਭਜ ਰਾਮ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਭਇਆ ਮੇਰੇ